ਤੁਸੀਂ ਕੈਨੇਡਾ ਤੋਂ ਰਿਫਿਊਜ ਹੋ ਚੁੱਕੇ ਹੋ, ਤੁਸੀਂ ਅਮਰੀਕਾ ਤੋਂ ਰਿਫਿਊਜ ਹੋ ਚੁੱਕੇ ਹੋ, ਤੁਸੀਂ ਯੂਕੇ ਤੋਂ ਵੀ ਰਿਫਿਊਜਲ ਲੈ ਚੁੱਕੇ ਹੋ, ਤੁਸੀਂ ਆਸਟ੍ਰੇਲੀਆ ਤੋਂ ਵੀ ਰਿਫਿਊਜਲ ਲੈ ਚੁੱਕੇ ਹੋ। ਤਕਰੀਬਨ ਤੁਸੀਂ ਸਾਰੀਆਂ ਵੱਡੀਆਂ ਕੰਟਰੀਆਂ ਤੋਂ ਰਿਫਿਊਜ ਹੋ ਚੁੱਕੇ ਹੋ। ਉਮੀਦ ਹਾਰ ਚੁੱਕੇ ਹੋ ਕਿ ਸਾਡਾ ਵੀਜ਼ਾ ਨਹੀਂ ਲੱਗੂਗਾ। ਹਰ ਬੰਦਾ ਵੀਜ਼ਾ ਲੈ ਸਕਦਾ ਹੈ, ਭਾਵੇਂ ਕਿਸੇ ਵੀ ਕੰਟਰੀ ਦਾ ਵੀਜ਼ਾ ਰਿਫਿਊਜ ਹੋ ਚੁੱਕਿਆ ਹੋਵੇ। ਪੂਰੀ ਜਾਣਕਾਰੀ ਲਈ ਮੇਰੀ ਅੱਜ ਦੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ। ਸਤਿ ਸ੍ਰੀ ਅਕਾਲ, ਮੈਂ ਇੰਦਰਜੀਤ ਸਿੰਘ। ਤੁਸੀਂ ਦੇਖ ਰਹੇ ਹੋ ਟੂਰਿਸਟ ਇੰਡੀਆ ਇੰਸਟਾਗ੍ਰਾਮ, ਫੇਸਬੁੱਕ ਤੇ YouTube ਚੈਨਲ। ਦੋਸਤੋ, ਕਈ ਵਾਰੀ ਬੰਦਾ ਲਗਭਗ ਹਰੇਕ ਕੰਟਰੀ ਤੋਂ ਰਿਫਿਊਜ ਹੋ ਚੁੱਕਿਆ ਹੁੰਦਾ ਹੈਗਾ। ਆਸਟ੍ਰੇਲੀਆ ਤੋਂ ਵੀ ਰਿਫਿਊਜਲ ਆ ਚੁੱਕੀ ਹੁੰਦੀ ਹੈ, ਕੈਨੇਡਾ ਤੋਂ ਵੀ ਰਿਫਿਊਜਲ ਆ ਚੁੱਕੀ ਹੁੰਦੀ ਹੈ, ਯੂਕੇ ਤੋਂ ਵੀ ਰਿਫਿਊਜਲ ਆ ਚੁੱਕੀ ਹੁੰਦੀ ਹੈ, ਨਿਊਜ਼ੀਲੈਂਡ ਤੋਂ ਵੀ ਆ ਚੁੱਕੀ ਹੁੰਦੀ ਹੈ, USA ਤੋਂ ਵੀ ਆ ਚੁੱਕੀ ਹੁੰਦੀ ਹੈ। ਆਪਣੇ ਜਾਣੀ ਬੰਦਾ ਹਰ ਇੱਕ ਵਾਰ ਲਾ ਕੇ ਦੇਖ ਚੁੱਕਿਆ ਹੁੰਦਾ ਹੈ ਤੇ ਸਾਰਿਆਂ ਪਾਸਿਆਂ ਤੋਂ ਰਿਫਿਊਜਲ ਲੈ ਚੁੱਕਿਆ ਹੁੰਦਾ ਹੈ। ਫਿਰ ਇੱਕ ਦਿਲ 'ਚ ਗੱਲ ਆਉਂਦੀ ਹੈ ਕਿ ਸ਼ਾਇਦ ਮੈਨੂੰ ਕਿਸੇ ਵੀ ਕੰਟਰੀ ਦਾ ਜਿਹੜਾ ਵੀਜ਼ਾ ਉਹ ਨਹੀਂ ਮਿਲਣਾ। ਪਰ ਐਵੇਂ ਦੀ ਗੱਲ ਨਹੀਂ, ਭਾਵੇਂ ਕਿਸੇ ਦਾ 10 ਵਾਰੀ ਰਿਫਿਊਜਲ ਹੋ ਚੁੱਕੀ ਹੋਵੇ, ਭਾਵੇਂ ਸਾਰੀਆਂ ਕੰਟਰੀਆਂ ਤੁਹਾਨੂੰ ਰਿਫਿਊਜ ਕਰ ਚੁੱਕੀਆਂ ਹੋਣ, ਫਿਰ ਵੀ ਤੁਸੀਂ ਆਪਣਾ ਜਿਹੜਾ ਵੀਜ਼ਾ ਉਹ ਲੈ ਸਕਦੇ ਹੋ। ਕਿਉਂਕਿ ਜਿਹੜੀ ਦੋਸਤੋ ਉਮੀਦ ਕਦੀ ਨਹੀਂ ਛੱਡਣੀ ਚਾਹੀਦੀ। ਉਮੀਦ ਦੇ ਸਹਾਰੇ ਹੀ ਦੁਨੀਆ ਖੜੀ ਹੈਗੀ ਹੈ। ਹਰ ਬੰਦਾ ਫਿਰ ਦੁਬਾਰਾ ਤੋਂ ਜ਼ੀਰੋ ਤੋਂ ਜਿਹੜਾ ਹੈਗਾ ਕੰਮ ਸ਼ੁਰੂ ਕਰ ਸਕਦਾ ਹੈਗਾ। ਮੇਰੇ ਕੋਲ ਬੜੇ ਸਾਰੇ ਕਲਾਇੰਟਾਂ ਦੀ ਇੱਕ ਲੰਮੀ ਲਿਸਟ ਹੈਗੀ ਹੈ ਜਿਹੜੇ ਲਗਭਗ 4-4, 5-5 ਵੱਡੀ ਕੰਟਰੀਆਂ ਤੋਂ ਰਿਫਿਊਜ ਹੋ ਚੁੱਕੇ ਸੀ। ਉਸ ਤੋਂ ਬਾਅਦ ਵੀ ਜਿਹੜੀ ਹੈਗੀ ਹੈ ਉਹਨਾਂ ਨੇ ਵੀਜ਼ਾ ਲਿੱਤਾ ਹੈਗਾ। ਹੁਣੀ ਲੇਟੈਸਟ ਇੱਕ ਫੈਮਿਲੀ ਦਾ ਵੀਜ਼ਾ ਆਇਆ ਜਿਨ੍ਹਾਂ ਦੀਆਂ ਘੱਟੋ ਘੱਟ USA ਤੋਂ 8 ਰਿਫਿਊਜਲਾਂ ਸੀਗੀਆਂ, ਕੈਨੇਡਾ ਤੋਂ 4 ਰਿਫਿਊਜਲਾਂ ਸੀਗੀਆਂ, UK ਰਿਫਿਊਜ ਸੀ, ਆਸਟ੍ਰੇਲੀਆ ਰਿਫਿਊਜ ਸੀ, ਫਿਰ ਵੀ ਉਹਨਾਂ ਨੇ ਕੈਨੇਡਾ ਦਾ ਵੀਜ਼ਾ ਲਿੱਤਾ ਹੈਗਾ। ਦੋਸਤੋ, ਇਹਦੇ ਵਿੱਚ ਹੁੰਦਾ ਕੀ ਹੈ, ਜਿਹੜਾ ਵੀਜ਼ਾ, ਜੇ ਆਪਾਂ ਵੀਜ਼ਾ ਦੀ ਗੱਲ ਕਰੀਏ, ਵੀਜ਼ੇ ਦਾ ਵੀ ਸੇਮ ਪ੍ਰੋਸੈਸ ਹੈ ਜਿਵੇਂ ਤੁਸੀਂ ਲੋਨ ਲੈਣਾ ਹੁੰਦਾ ਹੈਗਾ ਨਾ। ਕਈ ਵਾਰੀ ਜੇ ਤੁਹਾਡਾ ਸਿਬਲ ਖਰਾਬ ਹੋ ਜਾਂਦਾ ਹੈ, ਛੋਟੇ ਲੋਨ ਦਾ ਵੀ ਜੇ ਸਿਬਲ ਖਰਾਬ ਹੋ ਜਾਏ, ਤੁਹਾਨੂੰ ਕੋਈ ਹੋਰ ਬੈਂਕ ਤੁਹਾਨੂੰ ਵੀਜ਼ਾ ਜਿਹੜਾ ਲੋਨ ਨਹੀਂ ਦਿੰਦਾ। ਸੇਮ ਥਿੰਗ ਆਪਾਂ ਅੰਬੈਸੀਆਂ ਦੀ ਕਰਦੇ ਹਾਂ। ਜੇ ਕੋਈ ਇੱਕ ਅੰਬੈਸੀ ਤੁਹਾਨੂੰ ਰਿਫਿਊਜ਼ ਕਰ ਦਿੰਦੀ ਹੈ ਤਾਂ ਹੋਰ ਵੀ ਅੰਬੈਸੀਆਂ ਤੁਹਾਨੂੰ ਕੰਟੀਨਿਊ ਰਿਫਿਊਜ਼ ਕਰਦੀਆਂ ਰਹਿੰਦੀਆਂ ਨੇ, ਕਿਉਂਕਿ ਹਰ ਇੱਕ ਅੰਬੈਸੀ ਦੇ ਸ਼ੱਕ ਦੀ ਨਿਗਾਹ ਨਾਲ ਦੇਖਦੀ ਹੈ ਕਿ ਉਸ ਕੰਟਰੀ ਨੇ ਇਸ ਨੂੰ ਵੀਜ਼ਾ ਨਹੀਂ ਦਿੱਤਾ, ਅਸੀਂ ਵੀ ਜਿਹੜਾ ਵੀਜ਼ਾ ਨਹੀਂ ਦੇਵਾਂਗੇ। ਕਿਤੇ ਨਾ ਕਿਤੇ ਜਿਹੜੀ ਉਹ ਕਾਰਨ ਹੁੰਦਾ ਹੈ ਤੁਹਾਡੀ ਡਾਕੂਮੈਂਟੇਸ਼ਨ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਗੱਲ ਮੈਂ ਤੁਹਾਨੂੰ ਇਹ ਸਮਝਾਉਣੀ ਚਾਹੁੰਦਾ ਹੈ ਕਿ ਜਿਹੜਾ ਵੀਜ਼ਾ ਹੈ ਨਾ, ਉਹ ਤੁਹਾਡੀ ਡਾਕੂਮੈਂਟੇਸ਼ਨ 'ਤੇ ਦੇਣਾ ਹੈਗਾ। ਕਿਸੇ ਨੇ ਤੁਹਾਨੂੰ ਵੀਜ਼ਾ ਲਵਾ ਕੇ ਨਹੀਂ ਦੇਣਾ। ਤੁਹਾਡੇ ਜਿਹੜੇ ਡਾਕੂਮੈਂਟ ਨੇ ਉਹਨਾਂ ਨੇ ਤੁਹਾਨੂੰ ਵੀਜ਼ਾ ਲੈ ਕੇ ਦੇਣਾ ਹੈ। ਜੇ ਤੁਹਾਡੇ ਸਭ ਤੋਂ ਬੜੀ ਗੱਲ ਇਹ ਹੈ ਕਿ ਜੇ ਤੁਹਾਡੀ ਡਾਕੂਮੈਂਟੇਸ਼ਨ ਸਟਰੋਂਗ ਹੈਗੀ ਹੈ ਤਾਂ ਤੁਸੀਂ ਵੀਜ਼ਾ ਲੈ ਸਕਦੇ ਹੋ। ਹੁਣ ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਜੇ ਸਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਅਸੀਂ ਕੀ ਕਰੀਏ? ਖਾਸ ਕਰਕੇ ਸਾਰੀਆਂ ਕੰਟਰੀਆਂ ਤੋਂ ਜੇ ਸਾਡਾ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਕੀ ਕਰੀਏ? ਉਸ ਕੰਡੀਸ਼ਨ ਦੇ ਵਿੱਚ ਦੋਸਤੋ ਇਹ ਨਹੀਂ ਹੈ ਵੀ ਸਾਨੂੰ ਨਾਲ ਦੀ ਨਾਲ ਵੀਜ਼ਾ ਮਿਲ ਜਾਏਗਾ। ਸਾਨੂੰ ਸਾਲ ਦਾ ਸਮਾਂ ਲੱਗ ਸਕਦਾ, ਸਾਨੂੰ 1.5 ਸਾਲ ਦਾ ਸਮਾਂ ਲੱਗ ਸਕਦਾ, ਪਰ ਵੀਜ਼ਾ ਮਿਲੂਗਾ ਜ਼ਰੂਰ। ਕਿਉਂ? ਕਿਉਂਕਿ ਸਾਨੂੰ ਸਾਰਾ ਕੁਝ ਜ਼ੀਰੋ ਤੋਂ ਸ਼ੁਰੂ ਕਰਨਾ ਪਊਗਾ, ਜ਼ੀਰੋ ਤੋਂ ਸਟਾਰਟ ਕਰਨਾ ਪਊਗਾ। ਜਿਵੇਂ ਜਦੋਂ ਆਪਣਾ ਲੋਨ, ਜਦੋਂ ਆਪਣਾ ਸਿਬਲ ਖਰਾਬ ਹੋ ਜਾਂਦਾ ਹੈ, ਕੋਈ ਵੱਡਾ ਲੋਨ ਆਪਾਂ ਨੂੰ ਨਹੀਂ ਮਿਲਦਾ, ਫਿਰ ਆਪਾਂ ਕੀ ਕਰਦੇ ਹਾਂ? ਆਪਣੇ ਸਿਬਲ ਨੂੰ ਕਰੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਛੋਟੇ-ਛੋਟੇ ਲੋਨ ਲੈਣ ਤੋਂ ਬਾਅਦ ਅਸੀਂ ਆਪਣਾ ਟਰੈਕ ਰਿਕਾਰਡ ਸੁਧਾਰ ਲੈਂਦੇ ਹਾਂ। ਛੋਟੇ-ਛੋਟੇ ਲੋਨ ਲੈਂਦੇ ਹਾਂ, ਜਿਵੇਂ ਕਿਸੇ ਨੇ ਮੋਬਾਈਲ ਪਰਚੇਜ ਕਰ ਲਿਆ, ਮੋਬਾਈਲ ਦੇ ਵੀ ਸਿਬਲ ਨਹੀਂ ਦੇਖਿਆ ਜਾਂਦਾ, ਪਰ ਜਿਹੜਾ ਮੋਬਾਈਲ ਦਾ ਲੋਨ ਦਾ ਸਿਬਲ ਹੈ ਨਾ, ਉਹ ਤੁਹਾਡੇ ਸਾਰੇ ਸਿਬਲ ਨੂੰ ਕਰੈਕਟ ਕਰ ਜਾਂਦਾ ਹੈ, ਕਿਉਂਕਿ ਛੋਟੀ ਕਿਸ਼ਤ ਹੁੰਦੀ ਹੈ। ਛੋਟੀਆਂ ਕਿਸ਼ਤਾਂ ਜਾਣ ਕਰਕੇ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਹੈ ਵੱਧਦਾ ਜਾਂਦਾ। ਸੇਮ ਥਿੰਗ ਵੀਜ਼ਾ ਦੇ ਵਿੱਚ ਹੈ। ਜੇ ਤੁਹਾਨੂੰ ਵੱਡੀਆਂ ਕੰਟਰੀਆਂ ਨੇ ਰਿਫਿਊਜ਼ ਕਰ ਦਿੱਤਾ ਹੈਗਾ ਤਾਂ ਤੁਸੀਂ ਛੋਟੀ ਕੰਟਰੀਆਂ ਤੋਂ ਫਿਰ ਦੁਬਾਰਾ ਤੋਂ ਸ਼ੁਰੂ ਕਰ ਸਕਦੇ ਹੋ। ਹਾਂ, ਤੁਹਾਡਾ ਖਰਚ ਜ਼ਰੂਰ ਆਏਗਾ, ਠੀਕ ਹੈ। ਤੁਹਾਨੂੰ ਟਰੈਵਲ ਕਰਨਾ ਪਊਗਾ, ਤੁਹਾਨੂੰ ਆਪਣੀ ਵਧੀਆ ਇਨਕਮ ਸ਼ੋਅ ਕਰਨੀ ਪਊਗੀ, ਤੁਹਾਨੂੰ ਆਪਣੀ ਵਧੀਆ ਬੈਂਕ ਸਟੇਟਮੈਂਟ ਬਣਾਉਣੀ ਪਊਗੀ, ਪਰ ਇਹ ਨਹੀਂ ਹੋ ਸਕਦਾ ਕਿ ਜੇ ਤੁਸੀਂ ਪੂਰੀ ਕੰਟਰੀਆਂ ਤੋਂ ਰਿਫਿਊਜ਼ ਹੋ ਚੁੱਕੇ ਹੋ ਦੁਬਾਰਾ ਤੋਂ ਤੁਹਾਨੂੰ ਕੋਈ ਕੰਟਰੀ ਵੀਜ਼ਾ ਨਹੀਂ ਦੇਊਗੀ। ਇਹ ਕਦੇ ਨਹੀਂ ਹੋ ਸਕਦਾ। ਮੇਰਾ ਇਹ ਐਕਸਪੀਰੀਅੰਸ ਹੈ, ਅਸੀਂ ਬਹੁਤ ਲੋਕਾਂ 'ਤੇ ਇਹ ਪ੍ਰੈਕਟੀਕਲ ਕਰਕੇ ਦੇਖਿਆ ਹੈ ਕਿ ਜਿਹੜੇ ਲਗਭਗ ਸਾਰੀਆਂ ਕੰਟਰੀਆਂ ਤੋਂ ਵੀਜ਼ਾ ਰਿਫਿਊਜ਼ ਕਰਾ ਚੁੱਕੇ ਸੀ, ਅਸੀਂ ਫਿਰ ਵੀ ਉਹਨਾਂ ਦਾ ਦੁਬਾਰਾ ਤੋਂ ਜਿਹੜਾ ਹੈਗਾ ਵੀਜ਼ਾ ਲੈ ਕੇ ਦਿੱਤਾ ਹੈਗਾ। ਕੀਤਾ ਕਿਵੇਂ ਹੈਗਾ ਕਿ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਇਹ ਸਮਝਾਉਂਦੇ ਹਾਂ ਕਲਾਇੰਟ ਨੂੰ ਕਿ ਤੁਸੀਂ ਜ਼ੀਰੋ ਤੋਂ ਸਟਾਰਟ ਕਰੋ। ਜ਼ੀਰੋ ਦਾ ਮਤਲਬ ਹੈ ਕਿ ਜਿੱਥੋਂ ਸਟਾਰਟਿੰਗ ਹੁੰਦੀ ਹੈ, ਬਿਲਕੁਲ ਬਿਗਨਿੰਗ ਤੋਂ, ਜਿੱਥੇ ਤੁਸੀਂ ਕਦੇ ਪਹਿਲਾਂ ਸ਼ੁਰੂਆਤ ਕੀਤੀ ਸੀ। ਸਭ ਤੋਂ ਪਹਿਲਾਂ ਅਸੀਂ ਤੁਹਾਡੀਆਂ ਜਿਹੜੀਆਂ ITR, ਤੁਹਾਡਾ ਇਨਕਮ ਦਾ ਪ੍ਰੂਫ, ਉਹਨੂੰ ਸੁਧਾਰਦੇ ਹੈਗੇ ਹਾਂ। ਘੱਟੋ ਘੱਟ 2 ਰਿਟਰਨਾਂ ਅਸੀਂ ਤੁਹਾਨੂੰ ਸੁਜੈਸਟ ਜ਼ਰੂਰ ਕਰਾਂਗੇ ਕਿ ਤੁਸੀਂ 2 ਰਿਟਰਨਾਂ ਆਪਣੀਆਂ ਵਧੀਆ ਭਰੋ ਤੇ ਰਿਟਰਨਾਂ ਦੇ ਵਿੱਚ ਗੈਪ ਹੋਣਾ ਚਾਹੀਦਾ ਹੈਗਾ। 2 ਰਿਟਰਨਾਂ ਤੁਹਾਡੀਆਂ ਇਵੇਂ ਦੀਆਂ ਹੋਣ ਜਿਸ ਤੋਂ ਇਹ ਸ਼ੋਅ ਹੁੰਦਾ ਹੋਵੇ ਕਿ ਹਾਂ ਤੁਸੀਂ ਇੱਕ
ਵਧੀਆ ਫਾਈਨੈਂਸ਼ੀਅਲੀ ਸੈਟਅਪ ਹੈ ਤੁਹਾਡਾ, ਤੁਸੀਂ ਫਾਈਨੈਂਸ਼ੀਅਲੀ ਤੌਰ ਤੇ ਸਟਰੋਂਗ ਹੋ। ਕੱਲਾ ਰਿਟਰਨ ਭਰ ਕੇ ਨਹੀਂ ਚੱਲਦਾ ਹੁੰਦਾ, ਰਿਟਰਨ ਦੇ ਨਾਲ ਨਾਲ ਤੁਹਾਡੀ ਜਿਹੜੀ ਬੈਂਕ ਸਟੇਟਮੈਂਟ ਹੈ ਉਹ ਵੀ ਜਿਹੜੀ ਵਧੀਆ ਹੋਣੀ ਚਾਹੀਦੀ ਹੈ। ਤੁਹਾਡੀਆਂ ਰੈਗੂਲਰ ਟ੍ਰਾਂਜੈਕਸ਼ਨਸ ਹੋਣੀਆਂ ਚਾਹੀਦੀਆਂ ਨੇ। ਤੁਹਾਨੂੰ ਕੋਈ ਵੀ ਕਿਤੋਂ ਵੀ ਪੇਮੈਂਟ ਆਉਂਦੀ ਹੈ ਤੁਸੀਂ ਅਕਾਊਂਟ ਦੇ ਵਿੱਚ ਪੇਮੈਂਟ ਲਓ, ਤੇ ਕਿਸੇ ਨੂੰ ਵੀ ਜੋ ਪੇਮੈਂਟ ਦੇਣੀ ਹੈ ਅਕਾਊਂਟ 'ਚ ਹੀ ਦਿਓ। ਘੱਟੋ ਘੱਟ 20-25 ਟ੍ਰਾਂਜੈਕਸ਼ਨਾਂ ਮੰਥਲੀ ਤੁਹਾਡੇ ਅਕਾਊਂਟ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਦੋ ਚੀਜ਼ਾਂ ਇੰਪੋਰਟੈਂਟ ਹੁੰਦੀਆਂ ਨੇ, ਤੁਹਾਡੀ ITR ਤੇ ਤੁਹਾਡਾ ਬੈਂਕ ਬੈਲੈਂਸ। ITR ਤੁਹਾਡੀ ਇਨਕਮ ਨੂੰ ਰਿਪਰੈਜ਼ੈਂਟ ਕਰਦੀ ਹੈ, ਤੁਹਾਡੀ ਇਨਕਮ ਸ਼ੋ ਕਰਦੀ ਹੈ, ਤੇ ਬੈਂਕ ਸਟੇਟਮੈਂਟ ਤੁਹਾਡਾ ਫਾਈਨੈਂਸ਼ੀਅਲ ਸਟੇਟਸ ਸ਼ੋ ਕਰਦੀ ਹੈ ਕਿ ਬੰਦਾ ਕਿਸ ਤਰ੍ਹਾਂ ਇਹਨੂੰ ਪੈਸਾ ਆਉਂਦਾ ਤੇ ਕਿਸ ਤਰ੍ਹਾਂ ਯੂਜ਼ ਕਰਦਾ, ਕਿੰਨੀ ਸੇਵਿੰਗ ਹੈਗੀ ਹੈ। ਜੇ ਤੁਸੀਂ ਆਪਣੀਆਂ ਦੋ ਚੀਜ਼ਾਂ ਮੇਨਟੇਨ ਕਰ ਲਓਗੇ ਤਾਂ ਤੁਸੀਂ ਸਮਝ ਲਓ ਕਿ ਤੁਸੀਂ 50% ਜਿਹੜੀ ਜੰਗ ਉਹ ਜਿੱਤ ਚੁੱਕੇ ਹੋ। ਇਹਨਾਂ ਦੋ ਚੀਜ਼ਾਂ ਨੂੰ ਕਰੈਕਟ ਕਰਨ ਤੋਂ ਬਾਅਦ ਫਿਰ ਤੁਸੀਂ ਆਪਦੀ ਪ੍ਰਾਪਰਟੀ ਦੀ ਵੈਲਿਊਏਸ਼ਨ ਵੱਲ ਧਿਆਨ ਦੇਣਾ। ਉਸ ਤੋਂ ਬਾਅਦ ਤੁਸੀਂ ਆਪਦਾ ਟਰੈਵਲ ਸ਼ੁਰੂ ਕਰਨਾ ਹੈ। ਸਭ ਤੋਂ ਪਹਿਲਾਂ ਛੋਟੇ ਕੰਟਰੀਆਂ ਤੋਂ, ਜਿੱਥੇ ਤੁਹਾਡੀ ਕੋਈ ਬਹੁਤ ਵੱਡੀਆਂ ਸ਼ਰਤਾਂ ਨਹੀਂ ਹੁੰਦੀਆਂ, ਜਿਵੇਂ ਸਿੰਗਾਪੁਰ ਤੁਸੀਂ ਕਰ ਸਕਦੇ ਹੋ, ਤੁਸੀਂ ਦੁਬਈ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ 2-3 ਕੰਟਰੀਆਂ ਇਸ ਤਰ੍ਹਾਂ ਦੀ ਕਰੋ ਜਿਹੜੀਆਂ ਦੀ ਵੈਲਿਊ ਜ਼ਿਆਦਾ ਹੈਗੀ ਹੈ, ਜਿਵੇਂ ਤੁਸੀਂ ਰਸ਼ੀਆ ਦਾ ਵੀਜ਼ਾ ਲੈ ਸਕਦੇ ਹੋ, ਸਟਿੱਕਰ ਵੀਜ਼ਾ, ਤੁਸੀਂ ਚਾਈਨਾ ਦਾ ਸਟਿੱਕਰ ਵੀਜ਼ਾ ਲੈ ਸਕਦੇ ਹੋ, ਤੁਸੀਂ ਮਲੇਸ਼ੀਆ ਦਾ ਸਟਿੱਕਰ ਵੀਜ਼ਾ ਲੈ ਸਕਦੇ ਹੋ। ਹੋਰ ਵੀ ਬਹੁਤ ਸਾਰੇ ਕੰਟਰੀ ਨੇ ਜਿੱਥੋਂ ਤੁਸੀਂ ਵੀਜ਼ਾ ਲੈ ਸਕਦੇ ਹੋ। ਇਹ ਸਾਰੇ ਵੀਜ਼ਾ ਲੈਣ ਤੋਂ ਬਾਅਦ ਜੇ ਤੁਸੀਂ ਕਰ ਸਕਦੇ ਹੋ, ਕੋਈ ਇਸ ਤਰ੍ਹਾਂ ਦਾ ਬੰਦਾ ਲੱਭੋ ਜਿਹੜਾ ਆਲਰੇਡੀ ਕੋਈ ਵਧੀਆ ਟਰੈਵਲ ਕਿਸੇ ਕੰਟਰੀਆਂ ਕਰ ਚੁੱਕਿਆ ਹੋਵੇ, ਤੁਹਾਡਾ ਦੋਸਤ ਹੋਵੇ, ਤੁਹਾਡੇ ਸਰਕਲ 'ਚ ਹੋਵੇ, ਜਿਹੜਾ ਪਹਿਲਾਂ ਕੈਨੇਡਾ, ਅਮਰੀਕਾ, UK ਜਾਂ ਆਸਟ੍ਰੇਲੀਆ ਵਿੱਚ ਕਰ ਚੁੱਕਿਆ ਹੋਵੇ। ਉਸ ਦੇ ਨਾਲ ਤੁਸੀਂ ਗਰੁੱਪ ਬਣਾਓ। ਗਰੁੱਪ ਬਣਾਉਣ ਤੋਂ ਬਾਅਦ ਗਰੁੱਪ ਦੇ ਵਿੱਚ ਤੁਸੀਂ ਸ਼ੈਨਿੰਗਨ ਵੀਜ਼ਾ ਅਪਲਾਈ ਕਰੋ, ਕਿਉਂਕਿ ਜਿਹੜਾ ਸ਼ੈਨਿੰਗਨ ਵੀਜ਼ਾ ਹੈ, ਸ਼ੈਨਿੰਗਨ ਕੰਟਰੀਆਂ ਗਰੁੱਪ ਦੇ ਵਿੱਚ ਉਹ ਵੀਜ਼ਾ ਦੇ ਦਿੰਦੀਆਂ ਨੇ। ਗਰੁੱਪ ਦੇ ਵਿੱਚ ਵੀਜ਼ਾ ਅਪਲਾਈ ਕਰਨ ਦਾ ਬੈਨੀਫਿਟ ਇਹ ਹੁੰਦਾ ਹੈ, ਜੇ ਤੁਸੀਂ 8 ਬੰਦਿਆਂ ਦਾ ਗਰੁੱਪ ਹੈਗਾ, 8 ਦੇ ਵਿੱਚ ਤੁਹਾਡੀ 2 ਜਾਂ 3 ਬੰਦਿਆਂ ਦੀ ਪ੍ਰੋਫਾਈਲ ਹੈਗੀ ਜਿਹੜੇ ਮੇਨ ਐਪਲੀਕੈਂਟ ਨੇ, ਹੈ ਨਾ। ਜੇ ਉਹਨਾਂ ਦੀ ਪ੍ਰੋਫਾਈਲ ਵਧੀਆ ਹੈਗਾ ਤਾਂ ਉਹਨਾਂ ਦੀ ਪ੍ਰੋਫਾਈਲ ਦੇ ਸਿਰ ਤੇ ਤੁਹਾਨੂੰ ਵੀ ਵੀਜ਼ਾ ਮਿਲ ਜਾਂਦਾ ਹੈ। ਗਰੁੱਪ ਦੇ ਵਿੱਚ ਜੇ 6 ਬੰਦਿਆਂ ਦਾ 8 ਬੰਦਿਆਂ ਗਰੁੱਪ ਹੈ, ਉਹਦੇ ਵਿੱਚ 2 ਦੀ ਪ੍ਰੋਫਾਈਲ ਵਧੀਆ, 4 ਜਾਂ 6 ਦੀ ਪ੍ਰੋਫਾਈਲ ਲੋ ਵੀ ਹੈਗੀ ਹੈ, ਤਾਂ ਜਿਹੜਾ ਵੀਜ਼ਾ ਦੋਸਤੋ ਉਹ ਸਾਰੇ ਗਰੁੱਪ ਨੂੰ ਹੀ ਮਿਲ ਜਾਂਦਾ ਹੈਗਾ। ਇੱਕ ਵਾਰੀ ਜੇ ਤੁਸੀਂ ਸ਼ੈਨਿੰਗਨ ਦਾ ਵੀਜ਼ਾ ਲੈ ਲਿਆ, ਫਿਰ ਤੁਹਾਡੀ ਜਿਹੜਾ ਸਕੋਰ ਹੈਗਾ ਫਿਰ ਤੋਂ ਹਾਈ ਹੋਣਾ ਸ਼ੁਰੂ ਹੋ ਜਾਂਦਾ। ਜਿਵੇਂ ਆਪਾਂ ਸਿਬਲ ਦੀ ਗੱਲ ਕਰਦੇ ਹੈਗੇ ਆ, ਤੁਹਾਡੀ ਕ੍ਰੈਡੀਬਿਲਿਟੀ ਵਧਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਸਟੈਪ ਬਾਈ ਸਟੈਪ ਤੁਸੀਂ ਪਹਿਲਾਂ ਕੰਟਰੀਆਂ ਦੇ ਜਿਹੜੇ ਵਿਜ਼ਿਟ ਕਰ ਚੁੱਕੇ ਹੋ, ਰਸ਼ੀਆ ਕਰ ਚੁੱਕੇ ਹੋ, ਚਾਈਨਾ ਕਰ ਚੁੱਕੇ ਹੋ, ਸਿੰਗਾਪੁਰ ਕਰ ਚੁੱਕੇ ਹੋ, ਮਲੇਸ਼ੀਆ ਕਰ ਚੁੱਕੇ ਹੋ, ਦੁਬਈ ਕਰ ਚੁੱਕੇ ਹੋ। ਉਸ ਤੋਂ ਬਾਅਦ ਤੁਹਾਡੀ ਪ੍ਰੋਫਾਈਲ ਵਧੀਆ ਹੈਗੀ ਹੈ, ਤੁਹਾਡੀ ITR ਵਧੀਆ ਹੈਗੀ ਹੈ, ਤੁਹਾਡੀ ਬੈਂਕ ਸਟੇਟਮੈਂਟ ਵਧੀਆ ਹੈਗੀ ਹੈ, ਤੁਹਾਡਾ ਜਿਹੜਾ ਗਰੁੱਪ ਸਟਰੋਂਗ ਹੈਗਾ, ਤੁਹਾਨੂੰ 100% ਜਿਹੜਾ ਹੈਗਾ ਉਹ ਸ਼ੈਨਿੰਗਨ ਵੀਜ਼ਾ ਮਿਲੂਗਾ ਹੀ ਮਿਲੂਗਾ। ਸ਼ੈਨਿੰਗਨ ਵੀਜ਼ਾ ਮਿਲ ਗਿਆ ਤਾਂ ਤੁਸੀਂ ਜਿਹੜੀ ਲਗਭਗ 75% ਜੰਗ ਜਿਹੜੀ ਉਹ ਫਤਿਹ ਕਰ ਚੁੱਕੇ ਹੋ। ਉਸ ਤੋਂ ਬਾਅਦ ਤੁਸੀਂ UK ਦਾ ਕਰ ਲਓ, ਤੁਹਾਨੂੰ ਵੀਜ਼ਾ ਮਿਲੂਗਾ। ਉਸ ਤੋਂ ਬਾਅਦ ਤੁਸੀਂ ਆਸਟ੍ਰੇਲੀਆ ਦਾ ਕਰ ਲਓ, ਤੁਹਾਨੂੰ ਵੀਜ਼ਾ ਮਿਲੂਗਾ। ਉਸ ਤੋਂ ਬਾਅਦ ਤੁਸੀਂ ਕੈਨੇਡਾ ਦਾ ਕਰ ਲਓ, ਅਮਰੀਕਾ ਦਾ ਕਰ ਲਓ, ਵੀਜ਼ਾ ਮਿਲੂਗਾ ਹੀ ਮਿਲੂਗਾ। ਸੋ ਇਹ ਜਿਹੜਾ ਟੋਟਲੀ ਕੰਮ ਹੈ ਪੇਸ਼ੈਂਸ ਵਾਲਾ ਕੰਮ ਹੈ, ਤੇ ਥੋੜਾ ਐਕਸਪੈਂਸਿਵ ਕੰਮ ਹੈਗਾ। ਤੁਹਾਨੂੰ ਜਿਨ੍ਹਾਂ ਬੰਦਿਆਂ ਨੂੰ ਜਿੱਦ ਹੈ ਕਿ ਅਸੀਂ ਵੀਜ਼ਾ ਲੈਣਾ ਹੀ ਲੈਣਾ ਹੈਗਾ, ਭਾਵੇਂ ਸਾਡੀ 10 ਵਾਰੀ ਸੂਝਲ ਲੱਗ ਗਈ ਹੈ, ਸੋ ਉਹਨਾਂ ਵਾਸਤੇ ਬਹੁਤ ਵਧੀਆ ਸਟੈਪ ਹੈਗਾ ਨਾ। ਅਸੀਂ ਖੁਦ ਜਿਹੜਾ ਹੈਗਾ ਇਸ ਪ੍ਰੋਸੈਸ ਨੂੰ ਕਰਵਾ ਚੁੱਕੇ ਹਾਂ, ਬਹੁਤ ਸਾਰੇ ਲੋਕਾਂ ਤੇ ਅਸੀਂ ਇਹ ਪ੍ਰੈਕਟੀਕਲ ਕਰ ਚੁੱਕੇ ਹਾਂ। ਜੇ ਤੁਸੀਂ ਪੇਸ਼ੈਂਸ ਰੱਖ ਸਕਦੇ ਹੋ, ਤੁਸੀਂ ਖਰਚਾ ਕਰ ਸਕਦੇ ਹੋ। ਇਹ ਖਰਚਾ ਤੁਸੀਂ ਕਿਸੇ ਏਜੰਟ ਨੂੰ ਨਹੀਂ ਦੇਣਾ, ਇਹ ਪੈਸੇ ਤੁਸੀਂ ਕਿਸੇ ਕੰਸਲਟੈਂਟ ਨੂੰ ਨਹੀਂ ਦੇਣੇ, ਤੁਸੀਂ ਇਹ ਪੈਸਾ ਆਪਣੇ ਆਪ ਤੇ ਇਨਵੈਸਟ ਕਰਨਾ, ਆਪਦੀ ਪ੍ਰੋਫਾਈਲ ਤੇ ਇਨਵੈਸਟ ਕਰਨਾ ਹੈਗਾ। ਜੇ ਤੁਸੀਂ ਆਪਦੀ ITR ਟੈਕਸ ਭਰੋਗੇ ਤਾਂ ਉਹ ਜਿਹੜੀ ਤੁਹਾਡੀ ਪ੍ਰੋਫਾਈਲ ਹੈ ਬਹੁਤ ਥਾਵਾਂ ਤੇ ਕੰਮ ਆਊਗੀ। ਤੁਹਾਨੂੰ ਵੀਜ਼ਾ ਲੈਣ 'ਚ ਵੀ ਕੰਮ ਆਊਗੀ, ਤੁਹਾਨੂੰ ਇੱਥੇ ਇੰਡੀਆ 'ਚ ਵੀ ਕੋਈ ਲੋਨ ਲੈਣ ਵਾਸਤੇ, ਕੋਈ ਹੋਰ ਬਿਜ਼ਨਸ ਕਰਨ ਵਾਸਤੇ ਵੀ ITR ਜਿਹੜੀ ਹੈਗੀ ਇਹ ਕੰਮ ਆਊਗੀ। ਇਸ ਤੋਂ ਇਲਾਵਾ ਜਿਹੜਾ ਤੁਸੀਂ ਘੁੰਮਦੇ ਹੋ, ਘੁੰਮ ਕੇ ਤੁਸੀਂ ਆਪਦੇ ਆਪ ਨੂੰ ਐਕਸਪਲੋਰ ਕਰਦੇ ਹੋ, ਤੁਹਾਨੂੰ ਨੌਲੇਜ ਹੁੰਦੀ ਹੈ, ਤੁਸੀਂ ਦੁਨੀਆ ਘੁੰਮਦੇ ਹੋ। ਸੋ ਜਿਹੜੀ ਇਨਵੈਸਟਮੈਂਟ ਹੈ ਤੁਸੀਂ ਆਪਣੇ ਤੇ ਕਰਦੇ ਹੋ, ਤੁਸੀਂ ਕਿਸੇ ਕੰਸਲਟੈਂਟ ਨੂੰ ਪੈਸਾ ਨਹੀਂ ਦਿੰਦੇ, ਤੁਸੀਂ ਕਿਸੇ ਏਜੰਟ ਨੂੰ ਆਪਦੇ ਪੈਸੇ ਖਰਾਬ ਨਹੀਂ ਕਰਦੇ। ਸੋ ਇਸ ਤਰ੍ਹਾਂ ਕਰਕੇ ਦੋਸਤੋ ਤੁਸੀਂ ਜਿਹੜੀ ਆਪਦੀ ਪ੍ਰੋਫਾਈਲ ਹੈ ਉਹ ਦੁਬਾਰਾ ਤੋਂ ਬਣਾ ਸਕਦੇ ਹੋ, ਦੁਬਾਰਾ ਤੋਂ ਸ਼ੁਰੂ ਕਰ ਸਕਦੇ ਹੋ। ਇਹਦੇ ਵਿੱਚ ਇੱਕ ਹੋਰ ਜਿਹੜੀ ਗੱਲ ਹੈ ਉਹ ਧਿਆਨ ਰੱਖਣ ਵਾਲੀ ਹੈ ਵੀ ਜੇ ਤੁਹਾਡਾ ਕਿਤੇ ਰਿਫਿਊਜ਼ਲ ਆ ਵੀ ਜਾਂਦੀ ਹੈ, ਤੁਹਾਡੀ UK ਤੋਂ, ਆਸਟ੍ਰੇਲੀਆ ਤੋਂ, USA ਤੋਂ ਜਾਂ ਕੈਨੇਡਾ ਤੋਂ, ਤਾਂ ਤੁਹਾਡੇ ਕੋਲ ਉਹ ਜਿਹੜੇ ਤੁਸੀਂ ਐਪਲੀਕੇਸ਼ਨ ਫਾਰਮ ਭਰਿਆ ਸੀ ਉਹਦਾ ਰਿਕਾਰਡ ਹੋਣਾ ਬਹੁਤ ਜ਼ਰੂਰੀ ਹੈ। ਸੋ ਜੇ ਤੁਹਾਡਾ ਵੀਜ਼ਾ ਆ ਜਾਂਦਾ ਹੈ ਜਾਂ ਵੀਜ਼ਾ ਨਹੀਂ ਆਉਂਦਾ ਹੈ, ਤੁਸੀਂ ਉਹਦਾ ਰਿਕਾਰਡ ਆਪਣੇ ਕੋਲ ਜ਼ਰੂਰ ਰੱਖਣਾ। ਜਿਹੜੀ ਤੁਸੀਂ ਇਨਫੋਰਮੇਸ਼ਨ ਐਮਬੈਸੀ ਨੂੰ ਪਹਿਲਾਂ ਦਿੱਤੀ ਸੀਗੀ ਉਹਦਾ ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਤੁਸੀਂ ਫਿਊਚਰ ਦੇ ਵਿੱਚ ਆਪਣੀ ਪ੍ਰੋਫਾਈਲ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹੋ, ਫਿਰ ਵੀ ਤੁਹਾਨੂੰ ਉਹ ਰੈਕਡ ਦਾ ਪਤਾ ਹੋਣਾ ਜ਼ਰੂਰੀ ਹੈ, ਕਿਉਂਕਿ ਤੁਸੀਂ ਤਾਂ ਭੁੱਲ ਸਕਦੇ ਹੋ ਐਮਬੈਸੀ ਦੇ ਵਿੱਚ ਉਹ ਰੈਕਡ ਪਿਆ ਹੁੰਦਾ ਹੈ। ਜਦੋਂ ਤੁਸੀਂ ਦੁਬਾਰਾ ਤੋਂ ਵੀਜ਼ਾ ਅਪਲਾਈ ਕਰਦੇ ਹੋ ਤਾਂ ਪਿਛਲੀ ਜਿਹੜਾ ਤੁਹਾਡਾ ਰੈਕਡ ਹੈਗਾ ਉਹ ਮੈਚ ਕਰਦੇ ਨੇ ਕਿ ਤੁਸੀਂ ਪਿੱਛੇ ਕੀ ਕਿਹਾ ਸੀ, ਹੁਣ ਤੁਸੀਂ ਕੀ ਕਹਿ ਰਹੇ ਹੋ।
ਠੀਕ ਹੈ। ਹੋ ਸਕਦਾ ਤੁਸੀਂ ਪਹਿਲਾਂ ਕਿਸੇ ਏਜੰਟ ਦੇ ਥਰੂ ਆਪਣੀ ਫਾਈਲ ਅਪਲਾਈ ਕੀਤੀ ਹੋਵੇ, ਉਹਨੇ ਤੁਹਾਨੂੰ ਕੁਝ ਹੋਰ ਦਿਖਾਇਆ ਹੋਵੇ, ਸੋ ਆਪਾਂ ਹੋ ਸਕਦਾ ਉਹ ਚੀਜ਼ ਨਾ ਦਿਖਾਉਂਦੇ ਹੋਈਏ, ਸੋ ਆਪਾਂ ਉਸ ਪ੍ਰੋਫਾਈਲ ਨੂੰ ਉੱਥੇ ਹੀ ਐਂਡ ਕਰਕੇ ਨਵੇਂ ਸਿਰੇ ਤੋਂ ਪ੍ਰੋਫਾਈਲ ਦੁਬਾਰਾ ਤੋਂ ਦਿਖਾ ਸਕਦੇ ਹਾਂ। ਜੇ ਕਿਸੇ ਦਾ ਵੀਜ਼ਾ ਰਿਜੈਕਟ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾ ਕੰਮ ਇਹ ਕਰੀਦਾ ਹੁੰਦਾ ਹੈ ਕਿ ਤੁਸੀਂ ਆਪਦੀ ਪ੍ਰੋਫਾਈਲ ਨੂੰ ਸਾਂਭ ਕੇ ਰੱਖੋ। ਭਾਵੇਂ ਤੁਹਾਨੂੰ ਕੁਝ ਵੀ ਦਿਖਾਇਆ ਸੀਗਾ, ਤੁਸੀਂ USA ਇੰਟਰਵਿਊ ਵਾਸਤੇ ਜਾਂਦੇ ਹੋ, ਤੁਹਾਡੇ ਕੋਲ DS 160 ਤੁਹਾਡੇ ਕੋਲ ਹੋਣਾ ਚਾਹੀਦਾ। ਭਾਵੇਂ ਤੁਸੀਂ 5 ਸਾਲ ਵੀਜ਼ਾ ਅਪਲਾਈ ਕਰੋਗੇ ਤਾਂ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਪਿਛਲੀ ਵਾਰੀ ਕੀ ਦਿਖਾਇਆ ਸੀ। ਸੇਮ ਥਿੰਗ UK 'ਚ ਹੈ, ਸੇਮ ਥਿੰਗ ਕੈਨੇਡਾ 'ਚ ਹੈ, ਸੇਮ ਥਿੰਗ ਆਸਟ੍ਰੇਲੀਆ 'ਚ ਹੈ, ਨਿਊਜ਼ੀਲੈਂਡ 'ਚ, ਹੋਰ ਸਾਰੀਆਂ ਕੰਟਰੀਆਂ 'ਚ ਹੈ। ਸੋ ਇਸ ਤਰ੍ਹਾਂ ਕਰਕੇ ਹਰ ਇੱਕ ਬੰਦਾ ਹੈਗਾ ਦੋਸਤੋ ਦੁਬਾਰੇ ਤੋਂ ਆਪਣਾ ਜਿਹੜਾ ਵੀਜ਼ਾ ਉਹ ਲੈ ਸਕਦਾ ਹੈ। ਪਰ ਇਸ ਵਾਸਤੇ ਤੁਹਾਨੂੰ ਕਿਸੇ ਕੰਸਲਟੈਂਟ ਕੋਲ ਜਾਣ ਦੀ ਜ਼ਰੂਰਤ ਨਹੀਂ, ਤੁਹਾਨੂੰ ਕਿਸੇ ਏਜੰਟ ਕੋਲ ਜਾਣ ਦੀ ਜ਼ਰੂਰਤ ਨਹੀਂ, ਤੁਹਾਨੂੰ ਪੈਸੇ ਖਰਾਬ ਕਰਨ ਦੀ ਜ਼ਰੂਰਤ ਨਹੀਂ, ਤੁਹਾਨੂੰ ਨੌਲੇਜ ਦੀ ਜ਼ਰੂਰਤ ਹੈਗੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਹੁਣ ਕਿਹੜਾ ਸਟੈਪ ਚੱਕਣਾ, ਕਿਹੜਾ ਕੰਟਰੀ ਵਿਜ਼ਿਟ ਕਰਨਾ, ਕਿਵੇਂ ਤੁਹਾਡੀ ਜਿਹੜੀ ਪ੍ਰੋਫਾਈਲ ਆਪਦੀ ਠੀਕ ਕਰਨੀ ਹੈਗੀ ਹੈ। ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਜਿਹੜੀ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ, ਕਿਉਂਕਿ ਬਹੁਤ ਸਾਰੇ ਲੋਕ ਇਸ ਚੀਜ਼ ਤੋਂ ਸਫਰ ਕਰ ਰਹੇ ਹਨ, ਜਿਹੜੇ ਆਪਣੀ ਰਿਜੈਕਸ਼ਨਾਂ ਲਵਾ ਕੇ ਬੈਠੇ ਨੇ, ਵੀਜ਼ਾ ਕੋਈ ਨਹੀਂ ਮਿਲਦਾ, ਸੋਚਦੇ ਨੇ ਕਿਵੇਂ ਵੀਜ਼ਾ ਮਿਲੂਗਾ। ਸੋ ਉਹਨਾਂ ਵਾਸਤੇ ਜਿਹੜੀ ਇਹ ਮੇਰੀ ਵੀਡੀਓ ਬੜੀ ਲਾਹੇਵੰਦ ਹੋਊਗੀ। ਹੋਰ ਵਧੇਰੇ ਜਾਣਕਾਰੀ ਦੇ ਲਈ ਮੇਰਾ YouTube ਚੈਨਲ ਸਬਸਕ੍ਰਾਈਬ ਕਰੋ। ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਹੋਰ ਮਿਲਦੀਆਂ ਰਹਿਣ, ਬੈਲ ਦੇ ਬਟਨ ਦਬਾਓ ਤਾਂ ਕਿ ਹਰ ਇੱਕ ਵੀਡੀਓ ਤੁਹਾਨੂੰ ਪਹਿਲਾਂ ਮਿਲੇ। ਮੈਨੂੰ ਇੰਸਟਾ 'ਤੇ ਫਾਲੋ ਕਰੋ, ਮੈਨੂੰ Facebook 'ਤੇ ਲਾਈਕ ਕਰੋ। ਮੇਰੇ ਨਾਲ ਰਾਬਤਾ ਕਾਇਮ ਕਰਨ ਲਈ, ਮਿਲਣ ਲਈ, ਅਪਾਇੰਟਮੈਂਟ ਬਣਾਉਣ ਲਈ ਹੇਠਾਂ ਦਿੱਤੇ ਹੋਏ ਨੰਬਰ 'ਤੇ ਕਾਲ ਕਰੋ। ਸ਼ੁਕਰੀਆ, ਸਤਿ ਸ਼੍ਰੀ ਅਕਾਲ।